ਤੇ ਜਿਹੜਾ ਮਿਹਨਤ ਤੇ ਔਰ ਉਹਦੀ ਰਹਿਮਤ ਤੇ ਯਕੀਨ ਕਰਦਾ ਹੈ, ਫਿਰ ਇੱਕ ਦਿਨ ਕੱਖਾਂ ਤੋਂ ਲੱਖਾਂ ਤੱਕ ਪਹੁੰਚ ਜਾਂਦਾ ਹੈ। ਇਸ ਲਈ ਦੁਨੀਆ ਤੇ ਆਸ ਰੱਖਣ ਦੀ ਬਜਾਏ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੀਏ, ਯਕੀਨ ਰੱਖੀਏ ਕਿ ਮਿਹਨਤ ਕਰਨਾ ਮੇਰਾ ਕੰਮ ਹੈ, ਰਹਿਮਤ ਕਰਨਾ ਮੇਰੇ ਮਾਲਿਕ ਤੇਰਾ ਕੰਮ ਹੈ। ਜਿੱਦਾਂ ਕਹਿੰਦਾ ਸਿਰ ਨੂੰ ਝੁਕਾਣਾ ਮੇਰਾ ਕੰਮ ਹੈ, ਤਾਂ ਤਕਦੀਰ ਨੂੰ ਬਦਲਣਾ ਇਹ ਰਹਿਮਤ। ਤਾਂ ਹੀ ਕਹਿੰਦੇ ਨਾ ਮਿਹਨਤ ਮੇਰੀ ਤਾਂ ਰਹਿਮਤ। ਹੁਣ ਤੁਸੀਂ ਮਿਹਨਤ ਕਰਨ ਨੂੰ ਤਿਆਰ ਹੋ ਨਾ, ਮਾਲਕ ਦਾ ਰਹਿਮਤ ਕਰਨ ਨੂੰ ਤਿਆਰ ਹੀ ਹੈ, ਕਿਉਂਕਿ ਉਹਦੇ ਪਾਸ ਉਹਦੀ ਤਰਫੋਂ ਕੋਈ ਕਮੀ ਨਹੀਂ ਹੈ। ਸਮਝਦੇ ਹੋ? ਕਮੀ ਤਾਂ ਬੰਦੇ ਵਾਲੀ ਹੁੰਦੀ ਕਿ ਬੰਦਾ ਨਿਰਾਸ਼ ਜਿਹਾ ਹੋ ਕੇ, ਉਦਾਸ ਜਿਹਾ ਹੋ ਕੇ ਬੈਠਾ ਰਹਿੰਦਾ ਹੈ। ਇਸ ਲਈ ਕਈ ਵਾਰ ਦੇਖਿਆ ਹੈ ਕਿ ਬੰਦਾ ਦੁਖੀ ਜਿਹਾ ਹੋ ਕੇ ਬੈਠਾ ਰਹਿੰਦਾ, ਦੁਨੀਆ ਇਦਾਂ ਕਹਿੰਦੀ, ਦੁਨੀਆ ਇਦਾਂ ਕਹਿੰਦੀ। ਦੁਨੀਆ ਦੀਆਂ ਗੱਲਾਂ ਦਾ ਇਦਾਂ ਦਾ ਅਸਰ ਬੰਦੇ ਤੇ ਹੁੰਦਾ ਹੈ ਕਿ ਬੰਦਾ ਉਦਾਸ ਹੋ ਕੇ, ਨਿਰਾਸ਼ ਹੋ ਕੇ ਬਹਿ ਜਾਂਦਾ ਹੈ। ਤੇ ਅਸੀਂ ਇੱਕੋ ਹੀ ਗੱਲ ਕਹਾਂਗੇ, ਦੁਨੀਆ ਜੋ ਮਰਜ਼ੀ ਬੋਲੇ, ਉਹਨਾਂ ਦੀਆਂ ਗੱਲਾਂ ਦਾ ਅਸਰ ਤੁਹਾਡੇ ਤੇ ਨਹੀਂ ਹੋਣਾ ਚਾਹੀਦਾ, ਬਲਕਿ ਆਪਣੀ ਜ਼ਿੰਦਗੀ ਨੂੰ ਇਦਾਂ ਦਾ ਬਣਾਓ, ਆਪਣੇ ਜੀਵਨ ਨੂੰ ਇਦਾਂ ਦਾ ਬਣਾਓ, ਇੰਨੀ ਉਚਾਈ ਤੇ ਵਿਸ਼ਵਾਸ ਨੂੰ ਲੈ ਜਾਓ ਕਿ ਤੁਹਾਡੀ ਜ਼ਿੰਦਗੀ ਦਾ ਅਸਰ, ਤੁਹਾਡੀਆਂ ਗੱਲਾਂ ਦਾ ਅਸਰ ਦੁਨੀਆ ਤੇ ਹੋਵੇ। ਤੇ ਦੇਖੋ ਭਾਈ, ਅਸੀਂ ਇਹਦੇ ਬਾਰੇ ਕੀ ਕਹਿੰਦੇ ਸੀ, ਇਹ ਤਾਂ ਨਿਕਲਿਆ ਹੀ ਬਹੁਤ ਉੱਚਾ ਹੈ। ਇਹੀ ਕਹਿੰਦੇ ਤੂੰ ਕਾਮਯਾਬ ਨਹੀਂ ਹੋ ਸਕਦਾ ਨਾ, ਕਰਕੇ ਦਿਖਾ ਦਿੱਤਾ। ਤੂੰ ਬਣ ਨਹੀਂ ਸਕਦਾ ਨਾ, ਬਣਾ ਕੇ ਦਿਖਾ ਦਿੱਤਾ। ਕਿਉਂਕਿ ਵਿਸ਼ਵਾਸ ਔਰ ਮਿਹਨਤ ਇਨਸਾਨ ਨੂੰ ਬਹੁਤ ਉੱਪਰ ਲੈ ਜਾਂਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇੱਧਰ ਬੁੱਲੇ ਸ਼ਾਹ ਕਹਿੰਦੇ ਕਿ ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਵਜੋਂ ਸਾਰੇ, ਤੂੰ ਕਰਕੇ ਜਿੱਤ ਗਏ ਤੇ ਮੈਂ ਕਰਕੇ, ਜਦ ਤੱਕ ਮੈਂ ਕਰਦੇ ਸੀ ਹਾਰ ਗਏ, ਜਦੋਂ ਤੂੰ ਕਰਦੇ ਆ ਤਾਂ ਜਿੱਤ ਗਏ। ਹੁਣ ਤੂੰ ਦਾ ਮਤਲਬ ਕੀ ਹੁੰਦਾ ਹੈ, ਇਹ ਵੀ ਜਾਂਦੇ ਜਾਂਦੇ ਪੁਆਇੰਟ ਦੱਸ ਦਈਏ। ਤੀਜੀ ਵਾਰ ਕਹਿਣ ਲੱਗੇ ਫਿਰ ਸਤਸੰਗ ਸਮਾਪਤ ਕਰਨਾ ਹੈ, ਠੀਕ ਹੈ? ਹੁਣ ਜ਼ਰਾ ਗੌਰ ਕਰਨਾ। ਤੂੰ ਦਾ ਮਤਲਬ ਇਹੀ ਨਹੀਂ ਕਿ ਕਹਿਣਾ ਰੱਬਾ ਤੂੰ ਹੀ ਤੂੰ, ਪੇੜ ਅੰਦਰ ਵੀ ਤੂੰ, ਪੱਤੇ ਅੰਦਰ ਵੀ ਤੂੰ। ਨਹੀਂ, ਏਦਾਂ ਤੂੰ ਕਹਿਣ ਦਾ ਮਤਲਬ ਨਹੀਂ ਹੈ। ਮਤਲਬ ਤੂੰ ਕਿੱਥੇ ਆਂਦਾ ਹੈ ਕਿ ਜਦੋਂ ਇਹਨੂੰ ਦੇਖਦੇ ਹੋ ਨਾ ਤਾਂ ਬੰਦਾ ਕਹਿੰਦਾ ਮੈਂ, ਇਹ ਮੇਰਾ ਸਰੀਰ, ਹਾਏ ਮੈਨੂੰ ਬਿਮਾਰੀ ਲੱਗ ਗਈ, ਹਾਏ ਮੈਨੂੰ ਤਕਲੀਫ ਆ ਗਈ। ਨਹੀਂ, ਇੱਥੇ ਲਿਆਣਾ ਤੂੰ। ਜੇ ਮੇਰੇ ਅੰਦਰ ਤੂੰ ਹੀ ਤੂੰ ਹੈ ਤਾਂ ਕਿਸੇ ਬਿਮਾਰੀ ਤੋਂ ਮੈਂ ਨਹੀਂ ਡਰਦਾ, ਕਿਉਂਕਿ ਬਿਮਾਰੀ ਮੇਰਾ ਤਾਂ ਕੁਝ ਵਿਗਾੜ ਸਕਦੀ, ਪਰ ਜੇ ਹੈ ਹੀ ਤੂੰ ਤਾਂ ਤੇਰਾ ਬਿਮਾਰੀ ਨੇ ਕੀ ਵਿਗਾੜਨਾ ਹੈ, ਤੇਰਾ ਪਰੇਸ਼ਾਨੀ ਨੇ ਕੀ ਵਿਗਾੜਨਾ ਹੈ? ਜਰਾ ਸੋਚੋ। ਬੰਦੇ ਨੂੰ ਪਰੇਸ਼ਾਨੀ ਢਾ ਸਕਦੀ ਹੈ, ਰੱਬ ਨੂੰ ਕੋਈ ਪਰੇਸ਼ਾਨੀ ਢਾ ਸਕਦੀ ਹੈ? ਤਾਂ ਜੇ ਹੁਣ ਮੰਨ ਹੀ ਲਿਆ ਕਿ ਅੰਦਰ ਤੂੰ ਹੀ ਹੈ, ਰੋਮ ਰੋਮ ਵਿੱਚ ਤੂੰ ਹੈ, ਤਾਂ ਕੋਈ ਪਰੇਸ਼ਾਨੀ ਮੈਨੂੰ ਢਾ ਨਹੀਂ ਸਕਦੀ, ਕੋਈ ਬਿਮਾਰੀ ਮੇਰਾ ਕੁਝ ਨਹੀਂ ਵਿਗਾੜ ਸਕਦੀ, ਕਿਉਂਕਿ ਮੇਰੇ ਅੰਦਰ ਤੂੰ ਹੈ ਔਰ ਤੂੰ ਸਰਵ ਸ਼ਕਤੀਸ਼ਾਲੀ ਹੈ। ਜਿਹੜੀ ਬਿਮਾਰੀ, ਜਿਹੜਾ ਦੁੱਖ, ਜਿਹੜੀ ਪਰੇਸ਼ਾਨੀ ਤੇਰੇ ਤੱਕ ਆਏਗੀ ਉਹ ਆਪ ਹੀ ਖਤਮ ਹੋ ਜਾਏਗੀ। ਮੈਨੂੰ ਕਾਹਦੀ ਫਿਕਰ, ਹੁਣ ਹੈ ਹੀ ਤੂੰ। ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹਨੂੰ ਕਹਿੰਦੇ ਵਿਸ਼ਵਾਸ। ਇਸ ਲਈ ਅੱਜ ਤੋਂ ਪਰੇਸ਼ਾਨੀ ਆਵੇ ਨਾ ਕੋਈ ਤੁਹਾਡੇ ਹੱਲ, ਤਾਂ ਪਤਾ ਕੀ ਕਹੋ, ਉਹ ਮੇਰੇ ਰੋਮ ਰੋਮ 'ਚ ਮੇਰਾ ਮਾਲਿਕ ਵਸਦਾ ਹੈ ਹੀ ਉਹ। ਹੁਣ ਇਹ ਮੇਰਾ ਨਹੀਂ ਹੈ, ਸਭ ਕੁਝ ਉਹਦਾ ਹੀ ਹੈ। ਅਕਬਰ ਬੀਰਬਲ ਦੀ ਇੱਕ ਗੱਲ ਯਾਦ ਆ ਗਈ ਸਾਨੂੰ। ਫਿਰ ਕੀ ਕਰੀਏ? ਤੁਸੀਂ ਕਹਿੰਦੇ ਗਰਮੀ ਨਹੀਂ ਲੱਗਦੀ, ਕਹਿੰਦੇ ਫਿਰ ਠੀਕ ਲਈਓ ਆਨੰਦ। ਫਿਰ ਅੱਛਾ, ਭੁੱਖ ਤਾਂ ਨਹੀਂ ਲੱਗੀ? ਚਲੋ ਅਕਬਰ ਬੀਰਬਲ ਦੀ ਗੱਲ ਸੁਣਾ ਕੇ ਫਿਰ ਸਤਸੰਗ ਦੀ ਸਮਾਪਤੀ ਕਰਾਂਗੇ। ਕੋਈ ਲੇਟ ਹੋ ਰਿਹਾ ਤਾਂ ਦੱਸ ਦਿਓ ਪਹਿਲਾਂ ਹੀ। ਆਨੰਦ ਲੈ ਰਹੇ ਹੋ? ਹੱਸ ਕੇ ਦਿਖਾਓ। ਫਿਰ ਹੁਣ ਤੂੰ ਕਰਕੇ ਬੰਦਾ ਕਿੱਦਾਂ ਜਿੱਤਦਾ ਹੈ, ਤਾਂ ਮੈਂ ਕਰਕੇ ਕਿੱਦਾਂ ਹਾਰਦਾ ਹੈ? ਇੱਕ ਵਾਰ ਨਾ ਅਕਬਰ ਬੀਰਬਲ, ਤੁਹਾਨੂੰ ਪਤਾ ਹੀ ਹੈ ਅਕਬਰ ਬਾਦਸ਼ਾਹ ਸੀ, ਬੀਰਬਲ ਉਹਦਾ ਮੰਤਰੀ ਸੀ। ਬੀਰਬਲ ਬੜਾ ਚਤੁਰ ਸੀ। ਇੱਕ ਵਾਰ ਅਕਬਰ ਦੇ ਦਰਬਾਰੀਆਂ ਨੇ ਕਿਹਾ, ਮਹਾਰਾਜ ਆ ਬੀਰਬਲ ਜਿਹੜਾ ਹੈ ਨਾ, ਇਹ ਹਰ ਵੇਲੇ ਤੁਹਾਡੇ ਤੋਂ ਇਨਾਮ ਲੈਂਦਾ ਰਹਿੰਦਾ, ਕੁਝ ਇਦਾਂ ਦਾ ਕਰੋ ਕਿ ਇਹ ਬੀਰਬਲ ਦੀ ਕੋਈ ਬੇਇੱਜ਼ਤੀ ਤਾਂ ਹੋਵੇ। ਯਾਨੀ ਕੰਨ ਭਰੇ ਦਰਬਾਰੀਆਂ ਨੇ। ਤਾਂ ਉਸ ਵੇਲੇ ਬਾਦਸ਼ਾਹ ਕਹਿੰਦਾ ਕੀ ਕੀਤਾ ਹੈ? ਕਹਿੰਦਾ ਮਹਾਰਾਜ ਕੋਈ ਇਦਾਂ ਦਾ ਕਰੋ ਕਿ ਬੀਰਬਲ ਨੂੰ ਆਪਣੀ ਦਾੜੀ, ਆਪਣੇ ਵਾਲ ਕਟਾਣੇ ਪੈਣ, ਯਾਨੀ ਉਸ ਤਰ੍ਹਾਂ ਫੜਾ ਦਿਓ, ਮਜ਼ਾ ਆ ਜਾਵੇ ਬੀਰਬਲ ਨੂੰ ਰੋਡਾ ਪੋਡਾ ਦੇਖ ਕੇ। ਅਕਬਰ ਕਹਿੰਦਾ ਕੋਈ ਗੱਲ ਨਹੀਂ, ਫਿਰ ਕਰਦੇ ਆ ਕੁਛ ਨਾ ਕੁਛ। ਤਾਂ ਹੁਣ ਜਦੋਂ ਨਾ ਬੀਰਬਲ ਆਇਆ ਦਰਬਾਰ ਦੇ ਅੰਦਰ, ਤਾਂ ਪਹਿਲੀ ਪੂਰੀ ਪਲੈਨਿੰਗ ਕੀਤੀ ਸੀ। ਤਾਂ ਆਂਦਿਆਂ ਹੀ ਅਕਬਰ ਨੇ ਕਿਹਾ ਬੀਰਬਲ ਆ ਗਿਆ। ਹਾਂਜੀ ਬਾਦਸ਼ਾਹ ਸਲਾਮ, ਦੱਸੋ। ਉਹ ਬੀਰਬਲ ਇਹ ਦੱਸ ਤੂੰ ਮੰਤਰੀ ਕਿਹਦਾ ਆ? ਕਹਿੰਦਾ ਮਹਾਰਾਜ ਤੁਹਾਡਾ ਮੰਤਰੀ ਆ, ਤੁਸੀਂ ਮੇਰੇ ਬਾਦਸ਼ਾਹ ਹੋ। ਇਹ ਤੇਰੀ ਜ਼ਿੰਦਗੀ, ਕਹਿੰਦਾ ਜ਼ਿੰਦਗੀ ਰੱਬ ਨੇ ਦਿੱਤੀ, ਪਰ ਹੁਣ ਤੁਹਾਡੀ ਤਨਖਾਹ ਲੈਂਦਾ ਤੁਹਾਡੇ ਨਾਂ ਆ, ਜਿੱਥੇ ਖੜਾ ਕਰ ਦੂੰਗੇ ਖੜੇ ਹੋ ਜਾਵਾਂਗੇ। ਬਾਦਸ਼ਾਹ ਕਹਿੰਦਾ ਵੇ ਏਦਾਂ ਆ ਭਾਈ, ਮੈਨੂੰ ਤੇਰੀ ਨਾ ਦਾੜੀ ਦੀ ਤਾਂ ਤੇਰੇ ਸਿਰ ਦੀ ਲੋੜ, ਆਪਣੇ ਵਾਲਾਂ ਦੀ ਲੋੜ ਹੈ। ਆਪਣੀ ਦਾੜੀ, ਆਪਣੇ ਸਿਰ ਦੇ ਵਾਲ ਮੈਨੂੰ ਦੇ ਦੇ। ਬੀਰਬਲ ਕਹਿੰਦਾ ਮਹਾਰਾਜ ਆਗਿਆ ਹੋਵੇ ਤਾਂ ਦਾਸ ਨਾ ਕੋਈ ਅਰਜ਼ ਕਰਨੀ ਚਾਹੁੰਦਾ ਹੈ। ਬਾਦਸ਼ਾਹ ਕਹਿੰਦਾ ਦੱਸ, ਕਿਉਂਕਿ ਬੀਰਬਲ ਨੂੰ ਸਮਝ ਆ ਗਈ ਬਾਦਸ਼ਾਹ ਦੀ ਨਹੀਂ, ਇਹ ਜਿਹੜੇ ਬਾਕੀ ਮੰਤਰੀ ਬੈਠੇ ਆ ਨਾ, ਇਹਨਾਂ ਨੇ ਬਾਦਸ਼ਾਹ ਦਿਮਾਗ 'ਚ ਭਰਿਆ। ਕਹਿੰਦਾ ਮਹਾਰਾਜ
ਜਹਾਂ ਪਨਾਹ ਇੱਕ ਅਰਜ਼ ਕਰਨੀ ਚਾਹੁੰਦਾ ਤੁਹਾਡਾ ਇਹ ਦਾਸ। ਬਾਦਸ਼ਾਹ ਕਹਿੰਦਾ ਬੋਲ। ਕਹਿੰਦਾ ਮਹਾਰਾਜ ਕੰਮ ਇੱਥੇ ਮੈਂ ਇਕੱਲਾ ਹੀ ਨਹੀਂ ਕਰਦਾ, ਬਾਕੀ ਵੀ ਕਰਦੇ ਆ, ਇਸ ਲਈ ਮਹਾਰਾਜ ਮੈਂ ਤੁਹਾਡੇ ਹੀ ਸਭ ਕੁਝ, ਦਾੜੀ ਲੈ ਲਓ, ਬਾਲ ਲੈ ਲਓ, ਸਭ ਕੁਝ ਤੁਹਾਡਾ, ਪਰ ਮਹਾਰਾਜ ਬਾਕੀ ਵੀ ਇਹਦਾ ਹੈ ਨਾ ਬੈਠੇ। ਹੁਣ ਜਦੋਂ ਬਾਕੀ ਵੱਲ ਇਸ਼ਾਰਾ ਕੀਤਾ, ਬਾਕੀ ਵੀ ਤਾਂ ਹੈ ਨਾ, ਜਾਂ ਤਾਂ ਇਹਨਾਂ ਨੂੰ ਪੁੱਛ ਲਓ, ਇਹ ਵੀ ਦਰਬਾਰੀ ਹੈ, ਦਾੜੀ ਆਪਣੇ ਸਿਰ ਦੇ ਬਾਲ ਦੇ ਸਕਦੇ ਕਿ ਨਹੀਂ। ਤਾਂ ਉਸ ਵੇਲੇ ਬਾਦਸ਼ਾਹ ਨੂੰ ਹੁਣ ਪੁੱਛਣਾ ਪਿਆ। ਬਾਦਸ਼ਾਹ ਕਹਿੰਦਾ ਹਾਂ ਬਈ, ਉਹ ਕਹਿੰਦੇ ਮਹਾਰਾਜ ਦੇ ਦੇਵਾਂਗੇ ਦੇ ਦੇਵਾਂਗੇ। ਵੀਰਵਾਰ ਕਹਿੰਦਾ ਮਹਾਰਾਜ ਉਦਾਂ ਹੀ ਕਹਿੰਦੇ, ਪਹਿਲਾਂ ਕਟਾਓ ਇਹਨਾਂ ਦੇ, ਮੈਂ ਤਾਂ ਤੁਹਾਨੂੰ ਪਤਾ ਹੀ ਦੇ ਦੇਣੇ ਆ, ਮੇਰੇ ਵੱਲੋਂ ਤਾਂ ਗੱਲ ਹੈ, ਲਿਖ ਕੇ ਲੈ ਲਓ ਕੋਰੇ ਕਾਗਜ਼ ਤੇ, ਇਹਨਾਂ ਦਾ ਨਹੀਂ ਮੈਨੂੰ ਪਤਾ, ਮੈਨੂੰ ਯਕੀਨ ਆਉਣਾ ਚਾਹੀਦਾ। ਬਾਦਸ਼ਾਹ ਨੇ ਲਿਆਓ ਅੱਗੇ ਨੂੰ ਬੁਲਾ ਲਿਆ ਨਾਈ ਨੂੰ, ਕੱਲੇ ਕੱਲੇ ਜਿੰਨੇ ਵੀ ਸੀਗੇ ਨਾ ਪਹਿਲਾਂ ਉਹਨਾਂ ਦੇ ਦਾੜੀ ਵੀ ਬਾਲ ਵੀ ਉਸਰੇ ਐਨ ਕੋਨੇ ਮੋਨੇ ਕਰ ਦਿੱਤੇ ਗਏ, ਦਾੜੀ ਰੱਖੀ ਗਏ, ਬਾਲ ਵੀ ਰੱਖੀ ਗਏ ਥਾਲ 'ਚ। ਲਓ ਮਹਾਰਾਜ ਆ ਮੇਰੇ ਵੱਲੋਂ। ਹੁਣ ਦਿਲ ਤਾਂ ਨਹੀਂ ਕਰਦਾ ਸੀ, ਪਰ ਕੀ ਕਰੀਏ। ਤਾਂ ਹੀ ਕਹਿੰਦੇ ਜਦੋਂ ਕਿਸੇ ਅੱਗੇ ਕਿਸੇ ਵਾਸਤੇ ਨਾ ਟੋਆ ਪੁੱਟਦੇ ਆ, ਬੰਦਾ ਆਪ ਹੀ ਜਿਹੜਾ ਦੂਜੇ ਦਾ ਬੁਰਾ ਕਰਦਾ ਨਾ, ਆਪ ਹੀ ਉਹ 'ਚ ਫਸਦਾ। ਤਾਂ ਹੀ ਕਹਿੰਦੇ ਕਦੀ ਕਿਸੇ ਦਾ ਬੁਰਾ ਨਾ ਸੋਚੋ, ਕਿਉਂਕਿ ਜੈਸੀ ਕਰਨੀ ਵੈਸੀ ਭਰਨੀ ਪੈਂਦੀ ਹੈ। ਹੁਣ ਸਾਰੇ ਨੇ ਕਟਾਤੇ। ਜਦੋਂ ਵਾਰੀ ਆਈ ਬੀਰਬਲ ਦੀ, ਕਿਹਾ ਜਾ ਬੀਰਬਲ ਦੇਖ ਲੈ ਸਾਰਿਆਂ ਨੇ ਕਟਾ ਲਏ, ਹੁਣ ਤੇਰੀ ਵਾਰੀ। ਬੀਰਬਲ ਕਹਿੰਦਾ ਮਹਾਰਾਜ ਇੱਕ ਮਿੰਟ, ਇੱਕ ਗੱਲ ਮੈਂ ਪਹਿਲਾਂ ਕਰਨੀ ਤੁਹਾਡੇ ਨਾਲ। ਉਹ ਕਹਿੰਦਾ ਕਿਹੜੀ ਗੱਲ? ਕਹਿੰਦਾ ਮਹਾਰਾਜ ਦੇਖੋ ਆ ਦਾੜੀ, ਆ ਸਿਰ ਦੇ ਵਾਲ ਤੁਹਾਡੇ ਹੀ ਹੈ, ਜਦੋਂ ਮਰਜ਼ੀ ਕਟਾ ਲਓ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਇਹ ਦਾੜੀ ਦੀ ਇੱਜ਼ਤ ਦੀ ਖਾਤਰ ਮੈਨੂੰ ਬਹੁਤ ਖਰਚਾ ਕਰਨਾ ਪਿਆ। ਲੜਕੀ ਦੀ ਸ਼ਾਦੀ ਕੀਤੀ, ਕਈ ਕੁਛ ਕੀਤਾ ਦਾੜੀ ਦੀ ਇੱਜ਼ਤ ਬਚਾਉਣ ਦੀ ਖਾਤਰ, ਕਿਉਂਕਿ ਬੀਰਬਲ ਦੀ ਲੜਕੀ ਵੀ ਸੀ, ਔਰ ਆਪਣੀ ਦਾੜੀ ਦੀ ਲਾਜ ਦੀ ਖਾਤਰ ਮੈਂ ਬਹੁਤ ਕੁਛ ਕੀਤਾ। ਇਸ ਲਈ ਮਾੜਾ ਜਿਹਾ ਪਹਿਲਾਂ ਹਿਸਾਬ ਕਿਤਾਬ ਹੋ ਜਾਵੇ ਥੋੜਾ ਜਿਹਾ, ਜਿੰਨੇ ਪੈਸੇ ਖਰਚੇ ਹੁਣ ਤੁਹਾਨੂੰ ਦੇਣੀ ਹੈ, ਪਹਿਲਾਂ ਉਹਦੀ ਕੀਮਤ ਆ ਨਾ। ਬਾਦਸ਼ਾਹ ਕਹਿੰਦਾ ਕਿੰਨਾ ਚਾਹੀਦਾ ਤੈਨੂੰ? ਦਾੜੀ ਤਾਂ ਇਹਦੀ ਕਟਾ ਕੇ ਰੱਖਣਾ, ਮਨ 'ਚ ਸੋਚਿਆ ਨਾ, ਬਾਲ ਤਾਂ ਕਟਾਣੀ ਹੈ, ਤਾਂ ਵੀ ਦੱਸ। ਮਾਰੇ ਇਦਾਂ ਕਰੋ 10,000 ਸੋਨੇ ਦੀਆਂ ਮੋਹਰਾਂ ਦੇ ਦਿਓ। 10,000 ਸੋਨੇ ਦੀਆਂ ਮੋਹਰਾਂ ਬਾਦਸ਼ਾਹ ਨੇ ਲਿਆ ਦਿਓ, ਕਿਉਂਕਿ ਬਾਕੀਆਂ ਨੇ ਕਿਹਾ ਹੁਣ ਬਾਕੀ ਤਾਂ ਗੰਜੇ ਹੋ ਗਏ, ਇਹਨੂੰ ਵੀ ਛੱਡਣਾ ਨਹੀਂ। ਜਦੋਂ ਹੁਣ 10,000 ਸੋਨੇ ਦੀਆਂ ਮੋਹਰਾਂ ਦਿੱਤੀਆਂ, ਬਾਦਸ਼ਾਹ ਨੂੰ ਕਹਿੰਦਾ ਲਓ ਮਹਾਰਾਜ ਅੱਜ ਤੋਂ ਦਾੜੀ ਤੁਹਾਡੀ, ਸਿਰ ਦੇ ਵਾਲਾਂ। ਮਹਾਰਾਜ ਇਹ ਵੀ ਬਚਪਨ ਤੋਂ ਲੈ ਕੇ ਹੁਣ ਤੱਕ ਨਾ ਬੜੇ ਸੰਭਾਲ ਕੇ ਰੱਖੇ ਆ, ਬੜਾ ਪਾਲਿਆ ਇਹਨਾਂ ਨੂੰ, ਕਿੰਨਾ ਕੁਝ ਦਿਮਾਗ ਨੂੰ ਤੇਜ਼ ਕਰਨ ਵਾਸਤੇ। ਤੁਹਾਨੂੰ ਪਤਾ ਨਹੀਂ ਇਹਦੇ ਵਾਸਤੇ ਵੀ ਥੋੜੀ ਕੀਮਤ ਚਾਹੀਦੀ ਹੈ। ਕਿੰਨੀ? ਮਾਰੇ 10,000 ਇਹਦੀ ਦੇ ਦਿਓ ਸੋਨੇ ਦੀ ਮੋਹਰ। ਲਓ ਜਦੋਂ 10,000 ਦੀ ਕੀਮਤ, ਲਓ ਮਾਰੇ ਹੁਣ ਸਿਰ ਦੇ ਵਾਲ ਵੀ ਤੁਹਾਡੇ, ਦਾੜੀ ਵੀ ਤੁਹਾਡੀ, ਸਿਰ ਦੇ ਵਾਲ ਵੀ ਤੁਹਾਡੇ। ਬਾਦਸ਼ਾਹ ਕਹਿੰਦਾ ਆ ਜਾ ਫਿਰ ਬਹਿ ਜਾ ਨਾਈ ਦੇ ਕੋਲ। ਬੀਰਬਲ ਬਹਿ ਗਿਆ। ਜਿੱਦਾਂ ਹੀ ਨਾਈ ਨੇ ਦਾੜੀ ਫੜ ਕੇ ਉਸ ਤਰ੍ਹਾਂ ਲਾਣ ਲੱਗਾ, ਬੀਰਬਲ ਪੱਟ ਕੇ ਚਪੇੜ ਮਾਰੀ ਉਹਦੇ ਮੂੰਹ ਤੇ। ਉਹ ਬਾਦਸ਼ਾਹ ਕਹਿੰਦਾ ਹੁਣ ਤਾਂ 10,000 ਦਾੜੀ ਦੇ ਵੀ ਲੈ ਲੈ, 10,000 ਸਿਰ ਦੇ ਵੀ ਲੈ ਲੈ, ਹੁਣ ਕਿਉਂ ਚਪੇੜ ਮਾਰ ਰਿਹਾ ਆ? ਕਹਿੰਦਾ ਮਹਾਰਾਜ ਹੁਣ ਇਹ ਦਾੜੀ ਤੁਹਾਡੀ ਹੈ, ਇਹਦੀ ਇੰਨੀ ਹਿੰਮਤ ਨੂੰ ਹੱਥ ਲਾ ਦੇਵੇ, ਬਾਦਸ਼ਾਹ ਦੀ ਦਾੜੀ ਨੂੰ ਹੱਥ ਲਾ ਦੇ, ਹੁਣ ਮੇਰੀ ਤਾਂ ਹੈ ਹੀ ਨਹੀਂ, ਦਾੜੀ ਤੁਹਾਡੀ ਹੈ, ਹੁਣ ਤੁਹਾਨੂੰ ਦੇ ਚੁੱਕਾ ਆ ਮੈਂ। ਉਹਨੇ ਨਾਈ ਦੀ ਇੰਨੀ ਮਜਾਲ ਮੇਰੇ ਬਾਦਸ਼ਾਹ ਦੀ ਦਾੜੀ ਨੂੰ ਹੱਥ ਲਾਵੇ, ਇੱਕ ਚਪੇੜ ਹੋਰ ਮਾਰੀ ਉਹਦੇ, ਲਾ ਕਹਿੰਦਾ ਹੱਥ ਨੂੰ। ਉਹ ਨਾਈ ਤਾਂ ਡਰ ਗਿਆ ਵਿਚਾਰਾ। ਕਹਿੰਦਾ ਮਹਾਰਾਜ, ਬਾਦਸ਼ਾਹ ਕਹਿੰਦਾ ਕੀ? ਕਹਿੰਦਾ ਜਾ ਕਹਿ ਦੋ ਤੁਹਾਡੀ ਹੈ ਨਹੀਂ, ਹੁਣ ਜ਼ੁਬਾਨ ਹੋ ਚੁੱਕੀ ਹੈ, 10,000 ਲੈ ਕੇ ਦਾੜੀ ਵੇਚ ਚੁੱਕਾ ਤੁਹਾਨੂੰ, ਹੁਣ ਤੁਹਾਡੀ ਹੈ, ਸਿਰ ਦੇ ਵਾਲ ਵੀ ਤੁਹਾਡੇ। ਲਾ ਨਹੀਂ ਹੱਥ, ਤੈਨੂੰ ਦੱਸਦਾ ਹੁਣ ਮੈਂ, ਇੰਨੀ ਮਜ਼ਾਲ ਤੇਰੀ, ਬਾਦਸ਼ਾਹ ਦੀ ਦਾੜੀ ਨੂੰ ਹੱਥ ਲਾ ਦੇਵੇਂ ਤੂੰ। ਓਏ ਮੇਰੀ ਦਾੜੀ ਨਹੀਂ ਹੈ ਹੁਣ, ਮੈਂ ਮੇਰੀ ਗਈ, ਜਦ ਤੱਕ ਖਰੀਦੀ ਨਹੀਂ ਸੀ ਮੇਰੀ ਸੀ, ਵੱਢ ਲੈਂਦਾ, ਹੁਣ ਬਾਦਸ਼ਾਹ ਦੀ ਹੋ ਗਈ ਹੈ। ਕਹਿ ਦਿੱਤਾ, ਜ਼ੁਬਾਨ ਦੇ ਦਿੱਤੀ ਹੈ ਕਿ 10,000 ਲੈ ਕੇ ਬਾਦਸ਼ਾਹ, ਦਾੜੀ ਤੇਰੀ। ਹੁਣ ਤੇਰੀ ਇੰਨੀ ਹਿੰਮਤ, ਲਾ ਹੱਥ। ਉਹ ਨਾਈ ਵੇਲਾ ਉਸ ਤਰ੍ਹਾਂ ਲੈ ਕੇ ਪਿੱਛੇ ਨੂੰ ਹੋ ਗਿਆ। ਬਾਦਸ਼ਾਹ ਹੈਰਾਨ ਜਿਹਾ ਰਹਿ ਗਿਆ, ਕਹਿੰਦਾ ਮਹਾਰਾਜ ਤੁਹਾਡੀ ਨਹੀਂ ਹੈ। ਬਾਦਸ਼ਾਹ ਵੀ ਕਹਿੰਦਾ ਹੁਣ ਮੇਰੀ ਹੈ, ਕਿਉਂਕਿ ਜਵਾਨ ਹੋ ਚੁੱਕੀ ਹੈ। ਕਹਿੰਦਾ ਮਹਾਰਾਜ ਵੀ ਦੱਸੋ ਕਿਹਦੀ ਮਜ਼ਾਲ ਹੈ, ਤੁਹਾਡੀ ਦਾੜੀ ਨੂੰ ਹੱਥ ਲਾ ਦੇਵੇ, ਤੁਹਾਡੀ ਦਾੜੀ ਨੂੰ ਉਸ ਤਰ੍ਹਾਂ ਫੇਰ ਦੇਵੇ, ਹੈ ਕਿਸੇ ਦੀ ਮਜ਼ਾਲ? ਬਾਦਸ਼ਾਹ ਕਹਿੰਦਾ ਜੀ ਮੈਂ ਕਵਾਂ ਤਾਂ ਕਹਿੰਦਾ ਪਹਿਲਾਂ ਆਪਣੀ ਤੇ ਫੜਾਓ ਫਿਰ, ਜੇ ਉਹ ਵੀ ਤੁਹਾਡੀ ਪਤਾ ਤਾਂ ਲੱਗੇ। ਉਹ ਬਾਦਸ਼ਾਹ ਕਹਿੰਦਾ ਬਸ ਕਰ ਪਈ, ਪੈਸਾ ਵੀ ਲੈ ਗਿਆ 10-20,000, ਦਾੜੀ ਵੀ ਇੱਕ ਬਾਲ ਨਹੀਂ ਕਟਾਇਆ, ਸਿਰ ਦਾ ਬਾਲ ਨਹੀਂ ਕਟਾਇਆ, ਤਾਂ ਬਾਕੀ ਸਾਰੇ ਗੰਜੇ ਹੋ ਕੇ ਬੈਠੇ, ਹੱਥ ਉਹ ਸਾਰੇ ਸ਼ਰਮਿੰਦਾ ਜਿਹੇ ਹੋ ਕੇ ਏਦਾਂ ਬੈਠੇ। ਤਾਂ ਬੀਰਬਲ ਕਹਿੰਦਾ ਮੇਰੀ ਦਾੜੀ ਕੀਤੀ ਨਾ, ਮੇਰੀ ਦਾੜੀ ਆ ਦੇਖ ਲਓ ਹੁਣ। ਤਾਂ ਬਾਦਸ਼ਾਹ ਦੀ ਕੀਤੀ, ਤੇਰਾ ਤਾਂ ਬਚ ਗਏ, ਪੈਸਾ ਵੀ ਆ ਗਿਆ, ਤਾਂ ਦਾੜੀ ਵੀ ਬਚ ਗਈ, ਸਿਰ ਦੇ ਵਾਲ ਵੀ ਬਚ ਗਏ। ਮੇਰਾ ਕਹਿਣ ਨਾਲ ਬੰਦਾ ਹਮੇਸ਼ਾ ਮਰਦਾ ਹੀ ਹੈ, ਤਾਂ ਤੇਰਾ ਕਹਿਣ ਨਾਲ ਹਮੇਸ਼ਾ ਜਿੱਤਦਾ ਹੈ ਬੰਦਾ, ਸਮਝਦੇ ਹੋ ਕਿ ਨਹੀਂ? ਹੁਣ ਬਾਦਸ਼ਾਹ ਕਹਿੰਦਾ ਹਟ ਜਾ ਪਿੱਛੇ ਬਾਈ, ਨਹੀਂ ਤਾਂ ਮੇਰੀ ਦਾੜੀ ਤੇ ਵੀ ਉਸ ਤਰ੍ਹਾਂ ਚਲਵਾ ਦੇਣਾ ਹੈ, ਹਟ ਜਾ ਪਿੱਛੇ। ਕਹਿੰਦਾ ਬੀਰਬਲ ਉੱਠ ਕੇ ਪਤਾ ਕੀ ਕਹਿੰਦਾ? ਬਾਦਸ਼ਾਹ ਹਰ ਮਹੀਨੇ ਨਾ 1500 ਸੋਨੇ ਦੀ ਮੋਹਰ ਘਰ ਭੇਜ ਦਿਆ ਕਰੋ। ਬਾਦਸ਼ਾਹ ਕਹਿੰਦਾ ਉਹ ਕਿਉਂ?
ਕਹਿੰਦਾ ਮਾਰੇ ਦਾੜੀ ਤੁਹਾਡੀ ਖਿਆਲ ਵੀ ਤਾਂ ਇਹਦਾ ਰੱਖਣਾ ਪੈਣਾ, ਮੈਨੂੰ ਸਾਬਣ ਵੀ ਚੰਗਾ ਲਾਉਂਗਾ, ਚੰਗਾ ਖੁਸ਼ਬੂ ਲਾਉਂਗਾ, ਪੂਰਾ ਧਿਆਨ ਹੁਣ ਰੱਖਣਾ ਪੈਣਾ। ਪਹਿਲਾਂ ਤਾਂ ਮੇਰੀ ਸੀ, ਧੋਵੋ ਨਾ ਧੋਵੋ ਫਰਕ ਨਹੀਂ ਪੈਂਦਾ ਸੀ, ਹੁਣ ਬਾਦਸ਼ਾਹ ਦੀ ਸਾਫ ਸੁਥਰੇ ਪਾਣੀ ਨਾਲ ਧੋਣੀ ਵੀ ਪੈਣੀ ਹੈ, ਪੂਰਾ ਖਿਆਲ ਵੀ ਰੱਖਣਾ ਪੈਣਾ। ਮਾਰੇ ਤੁਹਾਡੀ ਖੇਤੀ ਹੈ, ਹੁਣ ਜਿੱਦਾਂ ਦਾ ਬਾਦਸ਼ਾਹ ਤੇ ਧਿਆਨ ਵੀ ਤਾਂ ਰੱਖਣਾ ਪੈਣਾ। ਇਸ ਲਈ 1500 ਸੋਨੇ ਦੀ ਮੋਹਰ ਤਾਂ ਹਰ ਮਹੀਨੇ ਚਾਹੀਦੀ ਹੈ ਮੈਨੂੰ। ਉਹ ਬਾਦਸ਼ਾਹ ਫਸ ਗਿਆ ਵਿਚਾਰਾ, ਔਰ ਮਨ ਚ ਬਾਦਸ਼ਾਹ ਕਹਿੰਦਾ ਕਿੱਥੇ ਦਰਬਾਰੀਆਂ ਚੱਕਰ ਚ ਆ ਗਏ ਮੈਂ, ਪਰ ਕਹਿੰਦਾ ਸਜ਼ਾ ਤਾਂ ਇਹਨੂੰ ਨਹੀਂ ਮਿਲ ਗਈ ਹੈ। ਸੋ ਇਹ ਕਹਿੰਦੇ ਸਮਝ। ਇਸ ਲਈ ਹੁਣ ਤੁਸੀਂ ਹਾਰਨ ਵਾਲਿਆਂ ਚੋਂ ਬਣਨਾ, ਜਿੱਤਣ ਵਾਲਿਆਂ ਚੋਂ। ਤਾਂ ਫਿਰ ਉਹੀ ਗੱਲ ਬੁੱਲੇ ਸ਼ਾਹ ਦੀ, ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਵਾਜੋਂ ਸਾਰੇ, ਤੂੰ ਕਰਕੇ ਜਿੱਤ ਗਏ ਤੇ ਮੈਂ ਕਰਦੇ ਹਾਰੇ। ਜਿਹੜੇ ਮੈਂ ਕਰਦੇ ਉਹ ਸਦਾ ਹਾਰਦੇ, ਤਾਂ ਜਿਹੜੇ ਕਹਿੰਦੇ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਉਹ ਬੀਰਬਲ ਵਾਂਗੂ ਜਿੱਤ ਜਾਂਦੇ ਆ। ਇਸ ਲਈ ਅੱਜ ਤੋਂ ਤੁਸੀਂ ਵੀ ਕਹੋ ਕਿ ਮਾਲਿਕ ਤੇਰਾ ਰੰਗ ਚੜ ਗਿਆ, ਤੇਰੇ ਇਸ਼ਕ ਦਾ ਰੰਗ ਚੜ ਗਿਆ, ਤੇਰੇ ਹੋ ਗਏ ਤਾਂ ਬਾਕੀ ਸਾਰੇ ਰੰਗ ਫਿੱਕੇ ਪੈ ਗਏ। ਹੁਣ ਫਿਕਰ ਹੀ ਨਹੀਂ ਦੁਨੀਆ ਦੀ, ਹੁਣ ਤਾਂ ਬਸ ਜਿੱਤ ਗਏ। ਜਦੋਂ ਤੇਰਾ ਹੀ ਹੋ ਗਿਆ ਨਾ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਤੇਰਾ ਤੋਲਿਆ ਸੀ, ਤਾਂ ਦੇਖੋ ਕਿੱਥੋਂ ਤੋਂ ਕਿੱਥੇ ਪਹੁੰਚ ਗਏ, ਕਿਉਂਕਿ ਤੇਰਾ ਕਰਕੇ ਹੀ ਬੰਦਾ ਉਹ ਤੱਕ ਪਹੁੰਚਦਾ ਹੈ। ਇਸ ਲਈ ਅੱਜ ਤੋਂ ਸਾਡੇ ਅੰਦਰੋਂ ਵੀ ਆਵਾਜ਼ ਆਵੇ ਕਿ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ। ਤਾਂ ਇੱਜ਼ਤ ਵੀ ਰੱਖਣੀ ਹੈ, ਲਾਜ ਵੀ ਰੱਖਣੀ ਹੈ, ਤਾਂ ਖਾਲੀ ਭੰਡਾਰ ਵੀ ਉਸ ਮਾਲਿਕ ਨੇ ਭਰਨੇ ਸ਼ੁਰੂ ਕਰ ਦੇਣੇ ਆ। ਇਸ ਲਈ ਕਹਿੰਦੇ ਐ, ਫਿਰ ਕਵਾਂਗੇ ਹੁਣ ਜਿੱਥੋਂ ਸ਼ੁਰੂ ਕੀਤੀ ਸੀ ਗੱਲ, ਕਿ ਜਦੋਂ ਫਕਰਾਂ ਦੇ ਝੰਡੇ ਚੜ੍ਹਦੇ ਨੇ ਕਰਮਾਂ ਵਾਲੇ ਹੀ ਦੀਦ ਕਰਦੇ ਨੇ, ਉਹ ਖਾਲੀ ਝੋਲੀਆਂ ਭਰਦੇ ਨੇ ਜੋ ਸਿਰ ਫਕਰਾਂ ਦੇ ਕਦਮੀ। ਇਹ ਸਿਰ ਜਦੋਂ ਇਨਸਾਨ ਸ਼ਰਧਾ ਨਾਲ ਪਿਆਰ ਨਾਲ ਫਕੀਰਾਂ ਦੇ ਕਦਮਾਂ 'ਚ ਧਰ ਦਿੰਦਾ ਨਾ, ਤਾਂ ਫਿਰ ਕਹਿੰਦੇ ਐ ਕਿ ਜੇ ਦਿਲ ਨਾ ਝੁਕਿਆ ਕਦਮਾਂ ਵਿੱਚ, ਫਿਰ ਸਿਰ ਨੂੰ ਝੁਕਾਉਣ ਦਾ ਕੀ ਫਾਇਦਾ। ਜੇ ਮੁਰਸ਼ਦ ਰਾਜੀ ਨਾ ਕੀਤਾ ਹਜ ਕਾਬੇ ਜਾਣ ਦਾ ਕੀ ਫਾਇਦਾ। ਜੇ ਮਨ ਹੀ ਅੰਦਰੋਂ ਗੰਦਾ ਏ ਫਿਰ ਗੰਗਾ ਨਹਾਣ ਦਾ ਕੀ ਫਾਇਦਾ। ਉਹ ਬੁੱਲੇ ਸ਼ਾਹ ਜਿਸਨੇ ਮੰਨਣਾ ਨਹੀਂ ਉਸ ਨੂੰ ਸਮਝਾਉਣ ਦਾ। ਤੁਸੀਂ ਮੰਨਣਾ ਕਿ ਨਹੀਂ? ਇਹ ਸ਼ੁਕਰ ਇੰਨਾ ਟਾਈਮ ਲਾਇਆ ਸਮਝਾਉਣ ਤੇ। ਇਹ ਤਾਂ ਬੁੱਲੇ ਸ਼ਾਹ ਦੀ ਗੱਲ ਤਾਂ ਨਹੀਂ, ਬੁੱਲੇ ਸ਼ਾਹ ਜਿਸਨੇ ਮੰਨਣਾ ਹੀ ਨਹੀਂ। ਕਹਿੰਦੇ ਜੇ ਗੱਲ ਹੀ ਨਹੀਂ ਮੰਨੀ ਉਹਨੂੰ ਸਮਝਾਉਣ ਦਾ ਵੀ, ਫਿਰ ਤਾਂ ਟਾਈਮ ਖਰਾਬ ਕਰਨ ਦੀ ਗੱਲ ਹੈ ਨਾ। ਹੁਣ 1.5 ਘੰਟੇ ਤੋਂ ਉੱਪਰ ਹੋ ਗਿਆ ਸਾਨੂੰ ਸਮਝਾਉਂਦੇ ਆ, ਪਰ ਮੰਨਣ ਵਾਲੇ ਬੈਠੇ ਹੋ ਤਾਂ ਹੀ ਇੰਨਾ ਜ਼ੋਰ ਲਾ ਰਹੇ ਹਾਂ, ਕਿਉਂਕਿ ਬੜੇ ਪਿਆਰੇ ਹੋ ਤੁਸੀਂ ਸਾਰੇ। ਜੇ ਪਿਆਰੇ ਨਾ ਹੁੰਦੇ ਤਾਂ ਕਦੋਂ ਦੇ ਉੱਠ ਕੇ ਚੱਲ ਜਾਣਾ ਸੀ, ਗਰਮੀ ਬੜੀ ਹੈ, ਜਾ ਕੇ ਪੱਖੇ 'ਚ ਬਹਿੰਦੇ। ਪਰ ਇਹ ਤੁਹਾਡਾ ਪਿਆਰ ਹੈ, ਤੁਹਾਡਾ ਇਸ਼ਕ ਹੈ, ਤੁਹਾਡੀ ਅੱਛਾਈ ਹੈ। ਸੋ ਤੁਹਾਡਾ ਇਸ਼ਕ, ਤੁਹਾਡੀ ਮੁਹੱਬਤ, ਤੁਹਾਡੀ ਅੱਛਾਈ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੈ। ਬਸ ਅੱਛਾਈ ਨੂੰ ਹੋਰ ਵਧਾਣਾ, ਇਸ਼ਕ ਨੂੰ ਹੋਰ ਵਧਾਣਾ, ਤਾਂ ਕਿ ਤੁਹਾਡੇ ਇਸ਼ਕ ਦੀ ਮਹਿਕ ਰੱਬ ਤੱਕ ਪਹੁੰਚੇ, ਤਾਂ ਉਹਦੀਆਂ ਰਹਿਮਤਾਂ ਤੁਹਾਡੇ ਤੱਕ ਪਹੁੰਚਣ। ਕਿਉਂਕਿ ਇਸ਼ਕ ਦੀ ਮਹਿਕ ਹੀ ਤਾਂ ਹੈ ਜਿਹੜੀ ਰੱਬ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਜਿੱਦਾਂ ਫੁੱਲਾਂ ਦੀ ਮਹਿਕ ਤਿਤਲੀਆਂ ਨੂੰ ਖਿੱਚਦੀ ਹੈ ਨਾ, ਭੰਵਰਿਆਂ ਨੂੰ ਖਿੱਚਦੀ ਹੈ, ਔਰ ਰੱਬ ਵੀ ਉੱਥੇ ਖਿੱਚਿਆ ਹੁੰਦਾ ਜਿੱਥੇ ਇਸ਼ਕ ਦੀ ਮਹਿਕ ਹੁੰਦੀ ਹੈ, ਵਿਸ਼ਵਾਸ ਦੀ ਮਹਿਕ ਹੁੰਦੀ ਹੈ। ਇਸ ਲਈ ਹੁਣ ਕਹਿ ਦਿਓ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ। ਔਰ ਨਾਲ ਇਹ ਵੀ ਕਹਿਣਾ, ਮੈਨੂੰ ਆਪਣੇ ਮਾਲਿਕ ਨਾਲ ਬਹੁਤ, ਮੈਨੂੰ ਆਪਣੇ ਮਾਲਿਕ ਨਾਲ ਬਹੁਤ, ਮੈਨੂੰ ਆਪਣੇ ਮਾਲਿਕ ਨਾਲ ਬਹੁਤ। ਕਿਉਂਕਿ ਵਿਸ਼ਵਾਸ ਦਾ ਔਰ ਪਿਆਰ ਦਾ ਰੰਗ ਹੀ ਐਸਾ ਹੁੰਦਾ ਜਿਹੜਾ ਸਾਨੂੰ ਰੱਬ ਤੱਕ, ਤਾਂ ਰੱਬ ਦੀਆਂ ਰਹਿਮਤਾਂ ਨੂੰ ਸਾਡੇ ਤੱਕ ਲੈ ਕੇ ਆਉਂਦਾ ਹੈ। ਇਸ ਲਈ ਹੁਣ ਕਹਿ ਦੇਣਾ ਹੈ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। और हुण आखिरी बार की कहना, मेरा मुझ में कुछ नहीं जो कुछ है सो, जो कुछ है सो, जो कुछ है सो तू ही, तू ही, तू ही, तू ही। तू दी अंदरों आवाज आवे तो फिर तुहाडी हर जगह जित हुंदी चली जाएगी और किसी चीज की तुहानू कमी नहीं आएगी। और हुण इन्हां वचनां दे नाल ही असीं अज दे सत्संग दी समाप्ति करांगे। सत्संग समाप्त करन तो पहला दसना चाहांगे कि अज है 1 तरीक और कल 2 है, परसों 3 है। 3 तरीक बिल्कुल तुहाडे नजदीक हसन मुंडा ਤੁਹਾਡੇ ਲਾਗੇ ਪੈਂਦਾ। ਇੱਥੋਂ ਕਿੰਨੀ ਕੁ ਦੂਰ ਪੈਂਦਾ? 5 ਕਿਲੋਮੀਟਰ। ਬਸ ਲੈ 5 ਪਿਆਰੇ, 5 ਹੀ ਪੀਰ, ਤਾਂ 5 ਕਿਲੋਮੀਟਰ। ਦੇਖੋ ਪਹੁੰਚੋ ਉੱਥੇ, ਕਿਉਂਕਿ ਦਿਨ ਵੀ ਐਤਵਾਰ ਛੁੱਟੀ ਦਾ ਦਿਨ। ਹਸਨ ਮੁੰਡਾ ਤੁਹਾਡੇ ਬਿਲਕੁਲ ਨਜ਼ਦੀਕ ਪੈਂਦਾ ਹੈ, 5 ਕਿਲੋਮੀਟਰ ਇੱਥੋਂ। ਜਿੱਦਾਂ ਅੱਜ ਸਤਸੰਗ ਦਾ ਆਨੰਦ ਲਿਆ ਹੈ, ਇਸੇ ਤਰ੍ਹਾਂ ਅਸੀਂ ਹਸਨ ਮੁੰਡੇ ਵਿਖੇ ਪਹੁੰਚ ਕੇ ਉੱਥੇ ਵੀ ਸਤਸੰਗ ਦਾ ਆਨੰਦ ਲੈਣਾ ਹੈ। ਔਰ ਉਸ ਦੇ ਨਾਲ ਨਾਲ ਦੱਸਣਾ ਚਾਹਾਂਗੇ ਕਿ ਇਸ ਮਹੀਨੇ ਦੀ, ਯਾਨੀ ਅਪ੍ਰੈਲ ਮਹੀਨੇ ਦੀ ਜੋ 11ਵੀਂ ਰੋਜ਼ ਹੈ, ਉਹ 14 ਅਪ੍ਰੈਲ ਦਿਨ ਵੀਰਵਾਰ ਹੈ। ਨਾਲੇ ਵਿਸਾਖੀ ਦਾ ਦਿਨ ਵੀ ਉਸ ਦਿਨ ਦਰਬਾਰ ਤੇ ਮਨਾਇਆ ਜਾਏਗਾ। ਇਸ ਲਈ ਲੋਕੀ ਜਾਂਦੇ ਨਾ ਵਿਸਾਖੀ ਨਹਾਉਣ, ਅਸੀਂ ਤੁਹਾਨੂੰ ਕਹਾਂਗੇ ਦਰਬਾਰ ਤੇ ਆਓ, ਐਸੀ ਰਹਿਮਤ ਦੀ ਬਰਸਾਤ ਵਿੱਚ ਨਹਾਵਾਂਗੇ ਕਿ ਜ਼ਿੰਦਗੀ ਦੀਆਂ ਸਾਰੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ। ਪਾਣੀ ਨਾਲ ਨਹਾ ਕੇ ਤਾਂ ਬਹੁਤ ਵਾਰ ਦੇਖ ਲਿਆ, ਹੁਣ ਰਹਿਮਤਾਂ 'ਚ ਨਹਾ ਕੇ ਦੇਖ ਲਈਏ। ਹੁਣ ਇਹ ਸਿਰ ਨੂੰ ਮੁਰਸ਼ਦ ਦੇ ਫਕੀਰਾਂ ਦੇ ਦਰ ਤੇ ਝੁਕਾ ਕੇ ਦੇਖ ਲਈਏ, ਕੀ ਪਤਾ
ਤੁਹਾਨੂੰ ਵੀ ਜੋਤਸ਼ੀ ਕਹਿੰਦੇ ਹੁਣ ਤੇਰਾ ਮਾੜਾ ਵਕਤ ਸ਼ੁਰੂ ਹੋਣ ਵਾਲਾ ਹੈ। ਇਹ ਕਹਿੰਦੇ ਆਓ ਰੱਖੋ ਮਾਲਕ ਦੇ ਦਰ ਤੇ ਸਿਰ, ਨਾ ਮਾੜੇ ਤੋਂ ਚੰਗੇ ਬਣਾਇਆ ਤਾਂ ਫਿਰ ਕਿਉਂ। ਕਿਉਂਕਿ ਦੱਸਣ ਵਾਲੇ ਬਹੁਤ ਹੁੰਦੇ ਆ ਤੇ ਬਦਲਣ ਵਾਲਾ ਕੋਈ ਕਾਮਿਲ ਫਕੀਰ ਹੀ ਹੁੰਦਾ ਹੈ। ਸਮਝਦੇ ਇਸ ਲਈ ਡੰਕੇ ਦੀ ਚੋਟ ਤੇ ਗੱਲ ਕਹਿੰਦੇ ਆ, ਕਿਉਂਕਿ ਪਤਾ ਹੈ ਕਿਹੜੀ ਤਾਕਤ ਅੰਦਰ ਬੈਠੀ ਹੈ। ਸਮਝਦੇ ਹੋ ਕਿ ਨਹੀਂ। ਅਸੀਂ ਕਈ ਵਾਰ ਕਹੀਦਾ ਹੈ कि फकीरी मिजाज हूं मैं, अपना अंदाज सबसे जुदा रखता हूं। फकीरी मिजाज हूं मैं, अपना अंदाज सबसे जुदा रखता हूं। लोग ढूंढते हैं मंदिर मस्जिद में, मैं अपने दिल में खुदा रखता हूं। लोकी ਜਿਹਨੂੰ ਮੰਦਰਾਂ ਮਸਜਿਦਾਂ ਲੱਭਦੇ ਉਹ ਇੱਥੇ ਹੈ। ਜੇ ਉਹਨੂੰ ਪਾਣਾ ਤਾਂ ਆਜੋ ਇੱਥੇ। ਇੱਥੇ ਜਿਹੜਾ ਪਹੁੰਚ ਗਿਆ ਨਾ ਉਹ ਵੀ ਉਹਨੂੰ ਦੇਖ ਲਏਗਾ। ਕਿਉਂਕਿ ਦਿਲ ਕੇ ਆईने में है तस्वीर यार, जब जरा गर्दन झुकाई ਦੇਖ ਲਈ। ਗੱਲ ਤਾਂ ਫਕੀਰਾਂ ਦੇ ਦਿਲ ਤੱਕ ਪਹੁੰਚਣ ਦੀ ਹੈ। ਜਦੋਂ ਫਕੀਰਾਂ ਦੇ ਦਰ ਤੱਕ ਪਹੁੰਚ ਗਏ, ਦਿਲ ਤੱਕ ਆਪੇ ਪਹੁੰਚ ਜਾਵਾਂਗੇ। ਔਰ ਜਦੋਂ ਦਿਲ ਤੱਕ ਪਹੁੰਚ ਗਏ ਤਾਂ ਰੱਬ ਤੱਕ ਪਹੁੰਚ ਜਾਣਾ, ਕਿਉਂਕਿ ਦਿਲ ਦੇ ਅੰਦਰ ਹੀ ਤਾਂ ਰੱਬ ਵਸਦਾ ਹੈ। ਇਹ ਦਿਲ ਰੱਬ ਸੱਚੇ ਦਾ ਹੁਜਰਾ, ਇਹ ਦਿਲ ਹੀ ਤਾਂ ਉਹਦਾ ਕਮਰਾ ਹੈ। ਵਿੱਚ ਪਾ ਫਕੀਰਾ ਝਾਤੀ ਹੋ, ਬਸ ਝਾਤੀ ਮਾਰਨੀ ਪੈਣੀ ਹੈ। ਔਰ ਫਕੀਰਾਂ ਦੇ ਕੋਲ ਪਹੁੰਚ ਕੇ ਝਾਤੀ ਵੱਜਦੀ ਹੈ। ਇਸ ਲਈ ਕੋਸ਼ਿਸ਼ ਕਰਨੀ ਵਿਸਾਖੀ ਵਾਲੇ ਦਿਨ, ਵੀਰਵਾਰ 11ਵੀਂ ਰੋਜ਼ ਵੀਰਵਾਰ ਔਰ ਵਿਸਾਖੀ ਦਾ ਦਿਨ ਯਾਨੀ 14 ਤਰੀਕ ਨੂੰ ਦਰਬਾਰ ਦੇ ਉੱਪਰ सत्संग की बहुत बड़ी रहमत होने जा रही है। सो कोशिश करनी कि सालाना बैसाखी के मेले यानी बैसाखी के दरबार से पहुंच के, क्योंकि जिथे फकीर बैठते मेले तो उदे लग जाते हैं। समझ हो कि नहीं। इसलिए पहुंचो और एक खुशियां भरे दिन मालिक के घर च हाजरी लगाओ। अज तक कभी इत्थे नहा के देख लिया, कभी उत्थे नहाना बैसाखी। एक बार हुण असीं कहंदे मालिक के घर च पहुंचो, जिद्दां दस्सिया फिर कवांगे कि इदां दी रहमत दी बरसात तुसीं नहाओगे कि सारियां कमियां पूरीਆਂ हो जाणगीਆਂ, कोई कमी नहीं आएगी। आप कहोगे कि वाकई दरबार ते आने नाल साडे जीवन च बदलाव आ गया, साडी जिंदगी बदल गई। क्योंकि मजा तो यही है कि इंसान आवे तो जैसा आवे वैसा ना जावे, आवे खाली पर जावे झोलियां भर के भरपूर हो के। सो पहुंचो कितनी तरीक नूं, 14 तरीक दिन नाल है 11वीं, नाल है बैसाखी का पवित्र दिहाड़ा। तो जरूर पहुंचो और पहुंच के मालिक दियां रहमतां नाल झोलियां भरो और अपनी जिंदगी नूं होर भी ज्यादा रहमतां बरकतां खुशियां नाल भरपूर करना है। फिर आइए मालिक दे घर च, आइए मालिक दे दर ते और मालिक दी रहमतां नूं हासिल करके अपना जीवन खुशियां नाल भरपूर करके सफल बनाइए। और हुण इन्हां वचनां नाल ही सत्संग दी समाप्ति करांगे और अंत विच यही उस मालिक दे चरनां च अरदास बेनती करांगे कि मालिक तुहानूं सब नूं नाम नाल जुड़न दी ताकत देण, नाम जपण दी ताकत देण, सेवा सिमरन करन दा मालिक तुहानूं बल बख्शण और तुहाडे सब दे दिलां 'ਚ सच्चा प्रेम सच्चा विश्वास मालिक पैदा कर देण, तां कि तुसीं ਉਹ ਮਾਲਕ ਦੀਆਂ ਰਹਿਮਤਾਂ ਨੂੰ ਹਾਸਲ ਕਰਕੇ ਆਪਣਾ ਜੀਵਨ ਸਫਲ ਬਣਾ ਸਕੋ ਔਰ ਤੁਹਾਨੂੰ ਨੇਕ ਮਾਰਗ ਤੇ ਚੱਲਣ ਦਾ, ਅੱਛਾਈ ਕਰਨ ਦਾ, ਨੇਕੀ ਕਰਨ ਦਾ, ਸਭ ਨਾਲ ਪਿਆਰ ਕਰਨ ਦਾ ਮਾਲਕ ਬਲ ਬਖਸ਼ਣ ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਮਾਲਕ ਤੁਹਾਡੇ ਤੇ ਬਣਾਏ ਰੱਖਣ। ਤੁਹਾਡੀਆਂ ਸਭ ਦੀਆਂ ਤਕਲੀਫਾਂ, ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਕ ਦੂਰ ਕਰਨ, ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਮਾਲਕ ਖੁਸ਼ੀਆਂ ਨਾਲ ਭਰਪੂਰ ਕਰਨ। ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।